ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾ ਲੈਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਟਰੈਕਸ ਤੋਂ ਲੰਘਣ ਦੀ ਦਿੱਤੀ ਗਈ ਇਜਾਜ਼ਤ। ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ 'ਚ ਲਿਆ ਗਿਆ ਫੈਸਲਾ। ਭਾਜਪਾ ਆਗੂਆਂ ਦਾ ਘਿਰਾਓ ਤੇ ਧਰਨੇ ਪ੍ਰਦਰਸ਼ਨ ਰਹਿਣਗੇ ਜਾਰੀ। 4 ਨਵੰਬਰ ਨੂੰ ਮੁੜ ਮੀਟਿੰਗ ਕਰਕੇ ਘੜੀ ਜਾਵੇਗੀ ਅਗਲੀ ਰਣਨੀਤੀ। ਖਮਾਣੋ 'ਚ ਵਿਧਾਇਕ ਹਰਜੋਤ ਕਮਲ ਦੀ ਗੱਡੀ ਹਾਦਸੇ ਦਾ ਹੋਈ ਸ਼ਿਕਾਰ। ਗਲਤ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਦੇ ਵਿੱਚ ਟਕਰਾਈ ਕਾਰ। ਜ਼ਖਮੀ ਹਾਲਤ 'ਚ ਵਿਧਾਇਕ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਹਸਪਤਾਲ ਦੇ ਵਿੱਚ ਭਰਤੀ। ਟਾਂਡਾ ਉੜਮੁੜ ਦੇ ਵਿੱਚ 5 ਸਾਲ ਦੀ ਬੱਚੀ ਦਾ ਕਤਲ। ਲਾਸ਼ ਨੂੰ ਬੋਰੀਆਂ 'ਚ ਰੱਖ ਕੇ ਸਾੜਨ ਦੀ ਕੀਤੀ ਗਈ ਕੋਸ਼ਿਸ਼। ਪੁਲਿਸ ਨੇ ਅੱਧ ਸੜੀ ਲਾਸ਼ ਬਰਾਮਦ ਕਰਕੇ ਜਾਂਚ ਕੀਤੀ ਸ਼ੁਰੂ। ਇੱਕ ਮੁਲਜ਼ਮ ਕੀਤਾ ਗਿਆ ਕਾਬੂ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ। ਅਬੋਹਰ ਦੇ ਵਿੱਚ ਆਈਆਂ ਖਰਾਬ ਰਾਸ਼ਨ ਦੀਆਂ ਕਿੱਟਾਂ। ਰਾਸ਼ਨ ਕਿੱਟਾਂ ਦੇ ਵਿੱਚ ਆਈ ਖੰਡ, ਆਟੇ ਨੂੰ ਲੱਗੇ ਹੋਏ ਸਨ ਕੀੜੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਘੁਟਾਲੇ ਦੇ ਲਗਾਏ ਦੋਸ਼। ਤੇ ਪਵਿੱਤਰ ਨਰਾਤਿਆਂ ਦਾ ਅੱਜ 6ਵਾਂ ਦਿਨ ਮਾਂ ਦੇ ਕਾਤਿਆਇਨੀ ਰੂਪ ਦੀ ਹੋ ਰਹੀ ਹੈ ਪੂਜਾ। ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਸ਼ਰਧਾਲੂ। ਕੋਵਿਡ-19 ਦੇ ਨਿਯਮਾਂ ਦੀ ਵੀ ਕੀਤੀ ਜਾ ਰਹੀ ਹੈ ਪਾਲਣਾ। ਬੁਲੇਟਿਨ में गल करते हैं अहम खबर के नाल। विधायक हरजोत कमल की गड्डी हादसे का शिकार हुई है। इस वक्त की वड्डी खबर दस दईए कि चंडीगढ़ तो मोगा जाते समय बीती रात हादसा होया। गलत साइड तो आ रही एक स्कॉर्पियो गड्डी की वजह से करके हादसा होया है। श्री फतेहगढ़ साहिब के खमाणों के नज़दीक यह हादसा होया। हरजोत कमल हस्पताल दे विच भर्ती ने ਅਤੇ ਦੱਸ ਦਈਏ ਕਿ ਮੋਗਾ ਤੋਂ ਕਾਂਗਰਸੀ ਵਿਧਾਇਕ ਨੇ ਹਰਜੋਤ ਕਮਲ ਅਤੇ ਉਹਨਾਂ ਨੂੰ ਇਸ ਵਕਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਜਲਾਸ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਵਾਪਸ ਆ ਰਹੇ ਸਨ ਜਿਸ ਵਕਤ ਇਹ ਸਾਰਾ ਹਾਦਸਾ ਉਹਨਾਂ ਦੇ ਨਾਲ ਵਾਪਰਿਆ ਹੈ। ਉੱਥੇ ਦੱਸ ਦਈਏ ਖਮਾਣੋ ਦੇ ਵਿੱਚ ਵਿਧਾਇਕ ਹਰਜੋਤ ਕਮਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਗਲਤ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਦੀ ਵਜ੍ਹਾ ਤੇ ਕਰਕੇ ਇਹ ਹਾਦਸਾ ਹੋਇਆ। ਇਹ ਕਾਰਾਂ ਆਪਸ 'ਚ ਟਕਰਾ ਗਈਆਂ। ਜ਼ਖਮੀ ਹਾਲਤ ਦੇ ਵਿੱਚ ਵਿਧਾਇਕ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵਿਨੋਦ ਬਾਂਸਲ ਵੀ ਉਹਨਾਂ ਦੇ ਨਾਲ ਹੀ ਸਨ ਅਤੇ ਦੱਸ ਦਈਏ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਉੱਥੇ ਹੀ ਜੇ ਗੱਲ ਕਰੀਏ ਇਜਲਾਸ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਮੋਗਾ ਪਰਤ ਰਹੇ ਸਨ। ਚੰਡੀਗੜ੍ਹ ਤੋਂ ਮੋਗਾ ਆਉਂਦੇ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੇ ਨਜ਼ਦੀਕ ਹਰਜੋਤ ਕਮਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਮੋਗਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਜਸ ਵਰਮਾ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਨੇ। ਗੱਲਬਾਤ ਕਰਾਂਗੇ। ਜਸ, ਕੀ ਜਾਣਕਾਰੀ ਮਿਲ ਰਹੀ ਹੈ ਕਿਸ ਵਕਤ ਇਹ ਹਾਦਸਾ ਵਾਪਰਿਆ ਤੇ ਕੀ ਵਿਧਾਇਕ ਦੀ ਤਬੀਅਤ ਜਿਹੜੀ ਹੈ ਉਹ ਠੀਕ ਹੈ? ਜਸਮੀਤ, ਦੱਸਣਾ ਚਾਹਾਂਗੇ ਕੱਲ ਚੰਡੀਗੜ੍ਹ ਤੋਂ ਜਦੋਂ ਵਾਪਸ ਆ ਰਹੇ ਸਨ ਖਮਾਣੋ ਦੇ ਕੋਲੇ ਸਾਹਮਣੇ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਤੇਜ਼ ਜੋ ਕਿ ਕਾਫੀ ਤੇਜ਼ ਸੀ, ਉਹ ਉਲਟ ਦਿਸ਼ਾ ਦੇ ਵਿੱਚ ਆ ਰਹੀ ਸੀ। ਇਹਨਾਂ ਦੇ ਇੱਕ ਅਚਾਨਕ ਇਹਨਾਂ ਦੇ ਬਿਲਕੁਲ ਸਾਹਮਣੇ ਆ ਗਈ। ਉਹਦੇ ਨਾਲ ਟਕਰਾਉਣ ਦੇ ਨਾਲ ਇਹ ਐਕਸੀਡੈਂਟ ਹੋਇਆ ਜਿਸ ਵਿੱਚ ਡਾਕਟਰ ਹਰਜੋਤ ਕਮਲ ਹੈ ਜਿਹੜੇ ਉਹਨਾਂ ਦੇ ਲੱਤ ਦੇ ਉੱਤੇ ਥੋੜੀ ਜਿਹੀ ਫ੍ਰੈਕਚਰ ਹੋਇਆ ਔਰ ਜਿਹੜੇ ਦੂਸਰੇ ਸਨ ਉਹਨਾਂ ਦੇ ਕੀ ਕਹਿੰਦੇ ਹੁੰਦੇ ਬਾਂਹ ਤੇ ਸੱਟ ਵੱਜੀ ਹੈ ਔਰ ਡਰਾਈਵਰ ਜਿਹੜਾ ਥੋੜੀ ਜ਼ਿਆਦਾ ਸੱਟਾਂ ਕਾਰਨ ਉਹਨੂੰ ਉਹ ਹਸਪਤਾਲ ਦੇ ਦਾਖਲ ਕੀਤਾ ਹੋਇਆ ਫੋਰਟਿਸਟ ਦੇ ਵਿੱਚ। ਜੀ ਜੀ। ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਦੱਸੇ ਜਾ ਰਹੇ ਨੇ ਕਿ ਉਹ ਵੀ ਜ਼ਖਮੀ ਨੇ। ਉਹ ਨਾਲ ਸਵਾਰ ਸਨ ਗੱਡੀ ਦੇ? ਹਾਂਜੀ ਬਿਲਕੁਲ। ਡਾਕਟਰ ਹਰਜੋਤ ਕਮਲ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਨ ਵਿਨੋਦ ਬਾਂਸਲ, ਉਹ ਵੀ ਨਾਲ ਸਨ ਪਰ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਹੈਗੀਆਂ। ਜੀ ਜੀ। ਤੇ ਹਾਦਸਾ ਕਿਸ ਵਜ੍ਹਾ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਉਹ ਰੋਂਗ ਸਾਈਡ ਤੋਂ ਆ ਰਹੀ ਸੀ ਤੇ ਉਹਦੇ ਵਿੱਚ ਸਵਾਰ ਜਿਹੜੇ ਲੋਕ ਸਨ ਕਿ ਉਹਨਾਂ ਦੀ ਹਾਲਤ ਠੀਕ ਹੈ?
ਜੀ ਦੱਸਣਾ ਚਾਹੂੰਗਾ ਕਿ ਸਕਾਰਪੀਓ ਗਾੜੀ ਜਿਹੜੀ ਰੋਂਗ ਸਾਈਡ ਤੋਂ ਆ ਰਹੀ ਸੀ, ਉਹ ਗੱਡੀ ਦੇ ਵਿੱਚ ਜਿਹੜੇ ਸਿੰਗਲ ਬੰਦਾ ਸੀਗਾ, ਪਰ ਉਹਦੀ ਤਬੀਅਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ। ਹਾਂਜੀ। ਪਰ ਜਿਹੜੇ ਆਪਣੇ ਡਾਕਟਰ ਹਰਜੋਤ ਕਮਲ ਵਾਲੀ ਗੱਡੀ ਦੇ ਵਿੱਚ ਜਿਹੜੇ ਡਰਾਈਵਰ ਸੀ ਉਹਦੇ ਕਾਫੀ ਸੱਟਾਂ ਵੱਜੀਆਂ। ਡਾਕਟਰ ਹਰਜੋਤ ਕਮਲ ਤੇ ਵਿਨੋਦ ਬਾਂਸਲ ਜਿਹੜੇ ਉਹਨਾਂ ਦੀ ਤਬੀਅਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ। ਜੀ, ਤੇ ਜਸ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਕਿਉਂਕਿ ਰੋਂਗ ਸਾਈਡ ਤੇ ਲੈ ਕੇ ਆ ਰਹੇ ਸੀ ਗੱਡੀ ਉਹ ਸ਼ਖਸ, ਤਾਂ ਇਹਦੇ ਬਾਬਤ ਕੋਈ ਮਾਮਲਾ ਵੀ ਦਰਜ ਕਰਵਾਇਆ ਗਿਆ ਪੁਲਿਸ ਨੂੰ? ਜਸਮੀਤ ਹਜੇ ਤੱਕ ਇਸ ਗੱਲ ਦਾ ਕੋਈ ਨਹੀਂ, ਕਿਉਂਕਿ ਰਾਤ ਦਾ ਸਮਾਂ ਸੀਗਾ। ਰਾਤ ਦੇ ਸਮੇਂ ਤੋਂ ਇੱਕਦਮ ਅਚਾਨਕ ਉਹਨਾਂ ਨੂੰ ਹਸਪਤਾਲ ਲੈ ਕੇ ਆਉਣਾ ਪਿਆ ਤੇ ਮਾਮਲਾ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਉਹਨਾਂ ਵੱਲੋਂ ਨਹੀਂ ਪ੍ਰਾਪਤ ਹੋਈ। ਜੀ ਬਹੁਤ ਬਹੁਤ ਸ਼ੁਕਰੀਆ। ਨਜ਼ਰ ਬਣਾਏ ਰੱਖੋ ਇਸ ਖਬਰ ਦੇ ਉੱਤੇ। ਤੇ ਬਿਲਕੁਲ ਦੱਸ ਦਈਏ ਕਿ ਮੋਗਾ ਤੋਂ ਵਿਧਾਇਕ ਨੇ ਡਾਕਟਰ ਹਰਜੋਤ ਕਮਲ ਅਤੇ ਇਜਲਾਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਮੋਗਾ ਪਰਤ ਰਹੇ ਸਨ ਚੰਡੀਗੜ੍ਹ ਤੋਂ, ਤਾਂ ਉਸ ਵਕਤ ਇਹ ਹਾਦਸਾ ਉਹਨਾਂ ਦੀ ਗੱਡੀ ਦੇ ਨਾਲ ਹੋਇਆ। ਇੱਕ ਸਕਾਰਪੀਓ ਗੱਡੀ ਜਿਹੜੀ ਕਿ ਰੋਂਗ ਸਾਈਡ ਤੋਂ ਆ ਰਹੀ ਸੀ, ਉਸ ਵਜ੍ਹਾ ਦੇ ਕਰਕੇ ਇਹ ਹਾਦਸਾ ਹੋ ਗਿਆ ਤੇ ਇਸ ਦੇ ਵਿੱਚ ਵਿਧਾਇਕ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਮੌਜੂਦ ਸਨ ਤੇ ਉਹਨਾਂ ਦੇ ਡਰਾਈਵਰ ਦੇ ਵੀ ਕਾਫੀ ਸੱਟਾਂ ਵੱਜੀਆਂ ਨੇ, ਜਿਸ ਨੂੰ ਫੋਰਟਿਸ ਹਸਪਤਾਲ ਰੈਫਰ ਕੀਤਾ ਗਿਆ। ਤੇ ਉੱਥੇ ਹੀ ਦੱਸ ਦਈਏ ਕਿ ਫ੍ਰੈਕਚਰ ਦੀ ਗੱਲ ਕਹੀ ਜਾ ਰਹੀ ਹੈ, ਹਰਜੋਤ ਕਮਲ ਦੀ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਤੇ ਉੱਥੇ ਹੀ ਵਿਨੋਦ ਬਾਂਸਲ ਵੀ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਤੇ ਫਿਲਹਾਲ ਜਿਹੜੀ ਬਾਕੀ ਦੀ ਜਾਣਕਾਰੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ ਦੇ ਵੱਲ ਕਰਦੇ ਹਾਂ। ਰਿਸ਼ਵਤ ਲੈਣ ਦੇ ਇਲਜ਼ਾਮ ਦੇ ਵਿੱਚ 2 ਥਾਣੇਦਾਰਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਨੇ 15,000 ਦੀ ਰਿਸ਼ਵਤ ਲੈਂਦਿਆਂ ਹੋਏ ਇਹਨਾਂ ਨੂੰ ਕਾਬੂ ਕੀਤਾ ਸੀ ਅਤੇ ਇੱਕ ਦੀ ਗ੍ਰਿਫਤਾਰੀ ਬਾਕੀ ਹੈ। ਪਟਿਆਲਾ ਦੀ ਗੱਲ ਕਰਦੇ ਹਾਂ। ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ 2 ਥਾਣੇਦਾਰਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਨੇ 15,000 ਦੀ ਰਿਸ਼ਵਤ ਲੈਂਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਅਤੇ ਇੱਕ ਦੀ ਗ੍ਰਿਫਤਾਰੀ ਹਜੇ ਹੋਣੀ ਬਾਕੀ ਹੈ। ਫਿਲਹਾਲ ਦੱਸ ਦਈਏ ਕਿ 15,000 ਦੀ ਰਿਸ਼ਵਤ ਲੈਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਅਤੇ ਇਸੇ ਮਾਮਲੇ ਦੇ ਵਿੱਚ ਇੱਕ ਨੂੰ ਕਾਬੂ ਕਰ ਲਿਆ ਗਿਆ, ਇੱਕ ਥਾਣੇਦਾਰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਨੂੰ ਗ੍ਰਿਫਤਾਰ ਕੀਤਾ ਜਾਣਾ ਹਜੇ ਬਾਕੀ ਹੈ। ਉਸ ਵੇਲੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਸਖਤੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ, ਜਿਸ ਤਰ੍ਹਾਂ ਦੇ ਨਾਲ ਇਹ ਥਾਣੇਦਾਰ ਕਾਬੂ ਕੀਤਾ ਗਿਆ ਤੇ ਇੱਕ ਥਾਣੇਦਾਰ ਹਜੇ ਜੋ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਸਾਡੇ ਸਹਿਯੋਗੀ ਪੱਤਰਕਾਰ ਸਾਡੇ ਨਾਲ ਮੌਜੂਦ ਨੇ। ਅਨੁਰਾਗ, ਕੀ ਜਾਣਕਾਰੀ ਮਿਲ ਰਹੀ ਹੈ? तो उसके बीच में 15,000 रुपये पहला 50,000 रुपये की गल की गई थी, फिर उस तो बाद 50,000 को मामला सिमट के चलाया 25,000 के बीच आ गया। फिर 2 थानेदार की जिलों के व्यक्तिगत शिकायत की गई विजिलेंस दफ्तर के बीच का अधिकारियों वालों रंगे हाथों गिरफ्तार किया गया। जी बहुत बहुत शुक्रिया अनुराग तमाम जानकारी के लिए। रिश्वत लैन के मामले 'ਚ 2 थाणेदारां ते मामला दर्ज होया है। विजिलेंस विभाग ने 15,000 की रिश्वत लैंदे इन्हां नूं काबू कीता सी। ਤੇ ਅੰਮ੍ਰਿਤਸਰ ਤੋਂ ਅਹਿਮ ਖਬਰ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਦੋਹਰੇ ਖੁਦਕੁਸ਼ੀ ਮਾਮਲੇ ਦੇ ਵਿੱਚ ਬੀਤੇ ਕੱਲ ਸਬ ਇੰਸਪੈਕਟਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਦੇ ਵਿੱਚ ਤਾਜ਼ਾ ਜਾਣਕਾਰੀ ਇਹ ਆ ਰਹੀ ਹੈ ਕਿ ਸਬ ਇੰਸਪੈਕਟਰ ਸੰਦੀਪ ਕੌਰ ਜੋ ਕਿ ਬਰਖਾਸਤ ਕਰ ਦਿੱਤੀ ਗਈ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤੀ ਪਤਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਅਤੇ ਬਲੈਕਮੇਲਿੰਗ ਦੇ ਦੋਸ਼ ਇਸ ਇੱਕ ਸ਼ਖਸ ਦੇ ਵੱਲੋਂ ਇਸ ਤੇ ਲਗਾਏ ਗਏ ਸਨ ਕਿ ਬਲੈਕਮੇਲ ਕਰਕੇ ਉਸ ਨੂੰ ਕਰੀਬ 20 ਲੱਖ ਦੀ ਰਾਸ਼ੀ ਉਸ ਕੋਲੋਂ ਲਈ ਗਈ ਸੀ ਅਤੇ ਇਸੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਵੀ ਸਖਤ ਨੋਟਿਸ ਲਿਆ ਸੀ ਅਤੇ ਪੀੜਤ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਸੀ। ਦੱਸੀਏ ਬੀਤੇ ਕੱਲ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਤੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਬਤੌਰ ਸਬ ਇੰਸਪੈਕਟਰ ਤੈਨਾਤ ਸੀ, ਜਿਸ ਨੂੰ ਕੱਲ ਬਰਖਾਸਤ ਕੀਤਾ ਗਿਆ। ਨਵਾਂ ਪਿੰਡ ਦੇ ਬਿਕਰਮਜੀਤ ਸਿੰਘ ਨੇ ਹੋਟਲ ਦੇ ਕਮਰੇ 'ਚ ਖੁਦਕੁਸ਼ੀ ਕੀਤੀ ਸੀ ਅਤੇ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਉਸਨੇ ਜ਼ਿੰਮੇਵਾਰ ਠਹਿਰਾਇਆ ਸੀ। ਵੀਡੀਓ ਉਸਨੇ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਸਨੇ ਬਕਾਇਦਾ ਉਸਦਾ ਨਾਮ ਲਿਆ ਕਿ ਬਲੈਕਮੇਲ ਕੀਤਾ ਜਾ ਰਿਹਾ ਸੀ। ਇੱਕ ਦਿਨ ਬਾਅਦ ਪਤਨੀ ਦੇ ਵੀ ਉਸਦੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਹ ਮਾਮਲਾ ਅੰਮ੍ਰਿਤਸਰ ਦਾ ਤੇ ਫਿਲਹਾਲ ਜੋ ਇਸ ਜੋੜੇ ਦੀ ਬੇਟੀ ਹੈ ਉਸ ਦੇ ਵੱਲੋਂ ਮੰਗ ਕੀਤੀ ਗਈ ਮੁੱਖ ਮੰਤਰੀ ਵੱਲੋਂ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਉਸਦੇ ਪਿਤਾ ਨੇ ਵੀ ਉਸ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਇਹ ਮਹਿਲਾ ਉਸ ਨੂੰ ਤੰਗ ਪਰੇਸ਼ਾਨ ਕਰਦੀ ਸੀ ਅਤੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦੀ ਸੀ। ਤੇ ਇਸ ਨੂੰ ਲੈ ਕੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਸੁਖਚੈਨ ਸਾਗਰ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ। ਨਜ਼ਰ ਪਾ ਲੈਂਦੇ ਹਾਂ।
ਦੋਸਤੋ ਅੰਮ੍ਰਿਤਸਰ ਦੇ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਸਪੈਕਟਰ ਸੰਦੀਪ ਕੌਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ। ਇੰਸਪੈਕਟਰ ਸੰਦੀਪ ਕੌਰ ਤੁਹਾਨੂੰ ਦੱਸ ਦਈਏ ਕਿ ਪਿਛਲੀ ਸਮੇਂ ਕਾਫੀ ਵਾਰ ਡੇਲੀ ਪੋਸਟ ਪੰਜਾਬੀ ਦੇ ਉੱਤੇ ਖਬਰਾਂ ਚਲਾਈਆਂ ਸਨ, ਜਿਹਦੇ ਵਿੱਚ ਇੰਸਪੈਕਟਰ ਸੰਦੀਪ ਕੌਰ ਦੇ ਉੱਤੇ ਕੁਝ ਆਰੋਪ ਸਨ ਜਿਹੜੇ ਕਿ ਸਾਬਤ ਵੀ ਹੋ ਗਏ ਸਨ। ਇੱਕ ਨੌਜਵਾਨ ਵੱਲੋਂ ਆਪਣੇ ਪਿੰਡ ਤੋਂ ਆ ਕੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਕਮਰਾ ਲਿੱਤਾ ਗਿਆ ਸੀ। ਕਿਰਾਏ ਤੇ ਕਮਰਾ ਲੈਣ ਤੋਂ ਬਾਅਦ ਇੱਕ ਸੁਸਾਈਡ ਨੋਟ ਲਿਖਿਆ ਗਿਆ ਸੀ ਉਹਦੇ ਵੱਲੋਂ, ਉਸ ਨੌਜਵਾਨ ਵੱਲੋਂ ਜਿਹਦਾ ਨਾਮ ਸੀ ਵਿਕਰਮਜੀਤ। ਤਾਂ ਉਹਦੇ ਵੱਲੋਂ ਇੱਕ ਸੁਸਾਈਡ ਨੋਟ ਲਿਖਿਆ ਗਿਆ ਸੀ। ਇੱਥੋਂ ਤੱਕ ਕਿ ਮੋਬਾਈਲ ਦੇ ਵਿੱਚ ਕੁਝ ਆਡੀਓ ਵੀ ਰਿਕਾਰਡ ਕੀਤੀਆਂ ਗਿਆ ਸੀ, ਜਿਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਸੀ ਕਿ ਉਸੇ ਦੇ ਪਿੰਡ ਦੇ ਵਿੱਚ ਰਹਿਣ ਵਾਲੀ ਇੰਸਪੈਕਟਰ ਸੰਦੀਪ ਕੌਰ ਵੱਲੋਂ ਉਹਨੂੰ ਕਾਫੀ ਹਿਰਾਸਮੈਂਟ ਕੀਤਾ ਜਾ ਰਿਹਾ, ਉਹਨੂੰ ਬਲੈਕਮੇਲ ਕੀਤਾ ਜਾ ਰਿਹਾ, ਤਾਂ ਉਹਦੇ ਕੋਲੋਂ ਕਾਫੀ ਪੈਸੇ ਜਿਹੜੇ ਨੇ ਐਂਠੇ ਜਾ ਰਹੇ ਨੇ। ਲਗਾਤਾਰ ਇਹ ਜਿਹੜੀਆਂ ਮੁਸ਼ਕਲਾਂ ਉਸ ਨੌਜਵਾਨ ਨੂੰ ਆ ਰਹੀਆਂ ਸਨ, ਜਿਹਦੀ ਵਜ੍ਹਾ ਕਰਕੇ ਇਸ ਨੌਜਵਾਨ ਨੇ ਆਤਮ ਹੱਤਿਆ ਕੀਤੀ ਸੀ। 18 ਲੱਖ ਰੁਪਇਆ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਕਿ 18 ਲੱਖ ਰੁਪਇਆ ਮੇਰੇ ਕੋਲੋਂ ਇੰਸਪੈਕਟਰ ਸੰਦੀਪ ਜਿਹੜੀ ਕੌਰ ਹੈ ਉਹਦੇ ਵੱਲੋਂ ਲੈ ਲਿੱਤਾ ਗਿਆ ਸੀ, ਤਾਂ ਹੁਣ ਮੇਰੇ ਕੋਲੋਂ ਦੇਣ ਵਾਸਤੇ ਕੋਈ ਪੈਸਾ ਨਹੀਂ ਹੈ। ਤਾਂ ਇੰਸਪੈਕਟਰ ਸੰਦੀਪ ਕੌਰ ਵੱਲੋਂ ਲਗਾਤਾਰ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਇੰਸਪੈਕਟਰ ਸੰਦੀਪ ਕੌਰ ਦੇ ਨਾਲ ਇਸ ਨੌਜਵਾਨ ਦੀ ਕਿਹਾ ਜਾ ਰਿਹਾ ਕਿ ਪਹਿਲਾਂ ਦੋਸਤੀ ਹੁੰਦੀ ਸੀ, ਤਾਂ ਦੋਸਤੀ ਕੁਝ ਪਿਆਰ ਦੇ ਵਿੱਚ ਬਦਲ ਗਈ। ਤਾਂ ਉਸ ਤੋਂ ਬਾਅਦ ਇੰਸਪੈਕਟਰ ਸੰਦੀਪ ਕੌਰ ਦੇ ਕੋਲ ਇਸ ਨੌਜਵਾਨ ਦੀਆਂ ਕੁਝ ਵੀਡੀਓ ਸਨ, ਜਿਹੜੀਆਂ ਵੀਡੀਓ ਦਿਖਾ ਕੇ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ ਕਿ ਜੇਕਰ ਤੂੰ ਮੈਨੂੰ ਪੈਸੇ ਨਹੀਂ ਦੇਂਗਾ ਤਾਂ ਇਹ ਵੀਡੀਓ ਤੇਰੀਆਂ ਵਾਇਰਲ ਕਰ ਦਿੱਤੀਆਂ ਜਾਣਗੀਆਂ। ਤਾਂ ਇਹ ਨੌਜਵਾਨ ਆਪਣੀ ਇੱਜ਼ਤ ਬਚਾਉਣ ਵਾਸਤੇ ਲਗਾਤਾਰ ਇੰਸਪੈਕਟਰ ਸੰਦੀਪ ਕੌਰ ਨੂੰ ਪੈਸੇ ਦਿੰਦਾ ਰਿਹਾ। ਤਾਂ ਜਦੋਂ ਪੈਸਾ ਉਹਦੇ ਕੋਲੋਂ ਖਤਮ ਹੋ ਗਿਆ ਤਾਂ ਉਹਨੇ ਰਸਤਾ ਚੁਣਿਆ ਮੌਤ ਦਾ। 18 ਲੱਖ ਰੁਪਇਆ ਇਸ ਨੌਜਵਾਨ ਵੱਲੋਂ ਦੇ ਦਿੱਤਾ ਗਿਆ ਸੀ। ਤਾਂ ਹੋਟਲ ਦੇ ਕਮਰੇ ਦੇ ਵਿੱਚ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ। ਤੇ ਜਿੱਦਾਂ ਹੀ ਹੋਟਲ ਦੇ ਵਿੱਚ ਕੁਝ ਸਾਹ ਉਹਦੇ ਚੱਲਦੇ ਸਨ ਤਾਂ ਪਰਿਵਾਰਿਕ ਮੈਂਬਰਾਂ ਨੂੰ ਉਹਨਾਂ ਨੇ ਪਹਿਲੇ ਫੋਨ ਕਰ ਦਿੱਤਾ ਸੀ। ਇਸ ਨੌਜਵਾਨ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਫੋਨ ਕੀਤਾ ਸੀ ਕਿ ਮੈਂ ਹੁਣ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ। ਤਾਂ ਜਿੱਦਾਂ ਹੀ ਪਰਿਵਾਰ ਉੱਥੇ ਪਹੁੰਚਦਾ ਹੈ, ਕੁਝ ਸਾਹ ਇਸ ਨੌਜਵਾਨ ਦੇ ਚੱਲਦੇ ਹੁੰਦੇ ਨੇ ਤਾਂ ਉਸੇ ਵਕਤ ਇਸ ਨੌਜਵਾਨ ਨੂੰ ਵਿਕਰਮਜੀਤ ਨੂੰ ਹਸਪਤਾਲ ਲਿਆਂਦਾ ਜਾਂਦਾ। ਉੱਥੇ ਜਾ ਕੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ। ਤਾਂ ਉਸ ਦੀ ਪਤਨੀ ਵੱਲੋਂ ਸਾਫ਼ ਤੌਰ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਲਗਾਤਾਰ ਮੇਰੇ ਪਤੀ ਨੂੰ ਇੰਸਪੈਕਟਰ ਸੰਦੀਪ ਕੌਰ ਪਰੇਸ਼ਾਨ ਕਰ ਰਹੀ ਸੀ, ਜਿਸ ਵਜ੍ਹਾ ਕਰਕੇ ਇਹ ਭਾਣਾ ਬੀਤ ਗਿਆ। ਤਾਂ ਅਗਲੇ ਦਿਨ ਹੀ ਰਾਤ 12 ਵਜੇ ਇੰਸਪੈਕਟਰ ਸੰਦੀਪ ਕੌਰ ਦੀ ਪਤਨੀ ਨੇ ਵੀ ਛੱਤ ਉੱਤੋਂ ਆਪਣੇ ਘਰ ਦੀ ਛੱਤ ਤੇ ਇੱਕ ਚਾਦਰ ਨੂੰ ਬੰਨ੍ਹ ਕੇ, ਗਲੇ ਵਿੱਚ ਚਾਦਰ ਬੰਨ੍ਹ ਕੇ ਉੱਥੇ ਛਲਾਂਗ ਲਗਾ ਦਿੱਤੀ, ਯਾਨੀ ਕਿ ਉਸਨੇ ਵੀ ਆਤਮ ਹੱਤਿਆ ਕਰ ਲਿੱਤੀ ਸੀ। ਤਾਂ ਉਹਨਾਂ ਦੀ ਇੱਕ ਬੇਟੀ ਸੀ, 15 ਸਾਲ ਦੀ ਇੱਕ ਬੇਟੀ ਸੀ, ਜਿਹਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ, ਕਿਉਂਕਿ ਪੁਲਿਸ ਉੱਤੇ ਮੈਨੂੰ ਵਿਸ਼ਵਾਸ ਨਹੀਂ ਰਿਹਾ। ਰਕਸ਼ਕ ਬਣੇ ਬਖਸ਼ਕ ਲੜਕੀ ਵੱਲੋਂ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਜੇਕਰ ਤੇ ਪਵਿੱਤਰ ਨਰਾਤਿਆਂ ਦੀ ਲੜੀ ਜਾਰੀ ਹੈ। ਦੱਸ ਦਈਏ ਕਿ ਇਸ ਦਿਨ ਸ਼ਰਧਾਲੂ ਮਾਂ ਕਾਤਿਆਇਨੀ ਦੇ ਰੂਪ ਦੀ ਪੂਜਾ ਆਰਾਧਨਾ ਕਰਦੇ ਨੇ ਅਤੇ ਮੰਦਰਾਂ ਦੇ ਵਿੱਚ ਭਗਤਾਂ ਦਾ ਜੋ ਤਾਂਤਾ ਉਹ ਸਵੇਰ ਤੋਂ ਹੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਰਸ਼ਨ ਕਰਨ ਦੇ ਲਈ ਸ਼ਰਧਾਲੂ ਜਿਹੜੇ ਉੱਥੇ ਪਹੁੰਚਦੇ ਨੇ। ਪਰ ਦੱਸ ਦਈਏ ਕਿ ਕੋਵਿਡ-19 ਦੀ ਵਜ੍ਹਾ ਦੇ ਕਰਕੇ ਹਾਲਾਂਕਿ ਕੁਝ ਨਿਯਮ ਜਿਹੜੇ ਨੇ ਉਹ ਬਣਾਏ ਗਏ ਨੇ, ਪਰ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਿਹੜੇ ਭਗਤ ਨੇ ਉਹ ਮੰਦਿਰ ਦੇ ਵਿੱਚ ਮਾਤਾ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ। ਤੇ ਅੱਜ ਮਾਂ ਦਾ 6ਵਾਂ ਨਰਾਤਾ ਹੈ। ਮਾਂ ਦੇ ਕਾਤਿਆਇਨੀ ਰੂਪ ਦੀ ਜਿਹੜੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਮੰਦਰਾਂ ਦੇ ਵਿੱਚ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਅਨੁਰਾਗ ਸ਼ਰਮਾ ਇਸ ਵਕਤ ਉੱਥੇ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ। ਅਨੁਰਾਗ, ਜਿਹੜੇ ਭਗਤ ਨੇ ਉਹ ਸਵੇਰ ਤੋਂ ਹੀ ਜਿਹੜੇ ਆਉਣੇ ਉੱਥੇ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਕੋਰੋਨਾ ਦੀ ਵਜ੍ਹਾ ਦੇ ਕਰਕੇ ਕੁਝ ਨਿਯਮ ਜਿਹੜੇ ਬਣਾਏ ਗਏ ਨੇ, ਕੁਝ ਫਰਕ ਜ਼ਰੂਰ ਉਸ 'ਤੇ ਪਿਆ ਹੈ, ਪਰ ਫਿਰ ਵੀ ਜੋ ਉਤਸ਼ਾਹ ਉਹ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ। जी बिल्कुल, तो दस दिए कि जिस तरह कहा जा सकता है कि आ जी है हरेक चीज़ दे होती है। सो अज 6वां नराता है। माता दे 6वें स्वरूप कात्यायनी माता की जी है पूजा आरती जाती है। और इस वक्त असीं पटियाला के जो सिद्ध और प्राचीन मंदिर है काली माता मंदिर के खड़े हैं, जिथे तुसीं देख सकते हो कि संगतां दा आगमन जिहड़ा है सवेरे 4 बजे तो ही शुरू हो जाता है और यह लाइन जी है नहीं टुटती। चाहे कोविड-19 की गल कर लीए कि जिहड़ियां है गाइडलाइनस जरूर जारी की गई, पर तुसीं देखोगे गाइडलाइनस का भी लोग पालना कर रहे हैं और मूँह ते मास्क पाया होया और डिस्टेंस भी थोड़ा बनाने की कोशिश कर रहे हैं और जिहड़ा है मंदिर दे विच माता दे दर्शन करने लई पहुँच रहे हैं, क्योंकि इत्थे
ਦੁਨੀਆ ਤੋਂ ਦੇਸ਼ ਵਿਦੇਸ਼ ਤੋਂ ਜਿਹੜੇ ਲੋਕ ਹੈ ਮਹਾਮਾਈ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਆ। ਕਾਲੀ ਮਾਤਾ ਮੰਦਿਰ ਜਿਹੜਾ ਹੈ ਬਹੁਤ ਪ੍ਰਸਿੱਧ ਔਰ ਪ੍ਰਾਚੀਨ ਮੰਦਿਰ ਹੈ, ਰਾਜੇ ਮਹਾਰਾਜਿਆਂ ਵੱਲੋਂ ਵਸਾਇਆ ਗਿਆ ਮੰਦਿਰ ਹੈ। ਸੋ ਇਸ ਦੀ ਬਹੁਤ ਮਾਨਤਾ ਹੈ, ਇਸ ਕਰਕੇ ਲੋਕ ਜਦੋਂ ਮਨੋਕਾਮਨਾ ਦੀਆਂ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਭੇਂਟ ਦੇ ਰੂਪ ਦੇ ਵਿੱਚ ਨਾਰੀਅਲ ਜਾਂ ਫਿਰ ਮੁਰਗਾ ਜਾਂ ਫਿਰ ਬੱਕਰਾ ਜਾਂ ਫਿਰ ਕਾਲੀ ਮਾਤਾ ਦੇ ਇਸ ਮੰਦਿਰ ਦੇ ਵਿੱਚ ਜਿਹੜੀ ਹੈ ਸ਼ਰਾਬ ਦਾ ਵੀ ਜਿਹੜਾ ਹੈ ਭੋਗ ਲੱਗਦਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਣੀ ਭਾਵ ਨਾਲ ਲੈ ਕੇ ਜਿਹੜਾ ਹੈ ਮਾਂ ਦੇ ਮੰਦਿਰ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਦਰਸ਼ਨ ਕਰਦੇ ਆ। ਸੋ ਨਵਰਾਤਰੇ ਦੇ 6ਵੇਂ ਦਿਨ ਵੀ ਉਸੇ ਤਰ੍ਹਾਂ ਭਗਤ ਜਨ ਜਿਹੜੇ ਹੈ ਇੱਥੇ ਪਹੁੰਚੇ ਹੋਏ ਆ। ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਜਿਹੜਾ ਹੈ ਹਵਨ ਕੁੰਡ ਬਣਿਆ ਹੋਇਆ, ਲਗਾਤਾਰ ਹਰ ਰੋਜ਼ ਜਿਹੜਾ ਹੈ ਇੱਥੇ ਜਿਹੜਾ ਸਵੇਰੇ ਕਹਿ ਹਵਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਔਰ ਹਵਨ ਤੋਂ ਬਾਅਦ ਜਿਹੜਾ ਹਰ ਰੋਜ਼ ਦੇ ਭਾਵ ਦੇ ਨਾਲ ਹਵਨ ਕੀਤਾ ਜਾਂਦਾ ਔਰ ਮਹਾਮਾਈ ਦੇ ਸਾਹਮਣੇ ਦਰਬਾਰ ਹੈ। ਸੋ ਤੁਹਾਨੂੰ ਦਰਸ਼ਨ ਵੀ ਲਾਈਵ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਥੋੜੀ ਵੱਜ ਜਾਂਦੀ ਹੈ, ਸੋ ਇਸ ਕਰਕੇ ਹੈ, ਪਰ ਦਰਸ਼ਨ ਵੀ ਜਿਹੜੇ ਹੈ ਇੱਥੋਂ ਲੋਕ ਆ ਕੇ ਕਰਦੇ ਆ। ਇਸ ਅੱਗੇ ਜਿਹੜਾ ਹੈ ਪੂਰਾ ਜਿਹੜਾ ਲਾਈਨਾਂ ਲੱਗੀਆਂ ਹੋਈਆਂ ਔਰ ਉਸ ਲਾਈਨਾਂ ਦੇ ਵਿੱਚ ਰਹਿ ਕੇ ਹੀ ਭਗਤ ਜਨ ਅੰਦਰ ਜਾ ਕੇ ਦਰਸ਼ਨ ਕਰਦੇ ਆ। ਸੋ ਤੁਸੀਂ ਇਸ ਵਕਤ ਭਵਨ ਦੇ ਬਿਲਕੁਲ ਅਸੀਂ ਸਾਹਮਣੇ ਖੜੇ ਹਾਂ ਔਰ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਰਾਣੀ ਦੇ, ਜੋ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਪਹੁੰਚਦੇ ਆ। ਸੋ ਤੁਸੀਂ ਦਰਸ਼ਨ ਇਸ ਵਕਤ ਸਿੱਧੇ ਕਰ ਰਹੇ ਹੋ ਮਹਾਮਾਈ ਕਾਲੀ ਮਾਤਾ ਦੇ, ਜਿਨ੍ਹਾਂ ਦੇ ਦਰਸ਼ਨਾਂ ਦੇ ਲਈ ਦੁਨੀਆ ਦੂਰੋਂ ਜਿਹੜੇ ਲੋਕ ਇੱਥੇ ਪਹੁੰਚਦੇ ਆ। ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀ ਆ ਔਰ ਲੋਕ ਪਹੁੰਚ ਰਹੇ ਆ ਔਰ ਆਏ ਹੋਏ ਨੇ। ਸੋ ਇਹ ਜੇ ਗੱਲ ਕਰ ਲਈਏ ਕਿ ਸਿਰਫ ਪਟਿਆਲਾ ਤੋਂ ਨਹੀਂ, ਨੇੜੇ ਤੇੜੇ ਦੇ ਪਿੰਡਾਂ ਤੋਂ, ਦਰਾੜੇ ਦੇ ਸ਼ਹਿਰਾਂ ਤੋਂ ਔਰ ਵਿਦੇਸ਼ਾਂ ਤੱਕ ਤੋਂ ਲੋਕ ਇੱਥੇ ਪਹੁੰਚਦੇ ਆ ਔਰ ਮਹਾਮਾਈ ਦੇ ਦਰਸ਼ਨ ਕਰ ਆਪਣੀਆਂ ਜਿਹੜੀਆਂ ਮਨੋਕਾਮਨਾਵਾਂ ਉਹ ਪੂਰੀਆਂ ਕਰਦੇ ਆ। ਸੋ ਇਸੇ ਤਰ੍ਹਾਂ ਕਈ ਸਾਲਾਂ ਤੋਂ ਚੱਲਿਆ ਆ ਰਿਹਾ, ਪਰ ਇਸ ਵਕਤ ਜਿਹੜੀ ਸਥਿਤੀ ਹੈ ਕੋਵਿਡ-19 ਦੀ ਸਥਿਤੀ ਚੱਲ ਰਹੀ ਹੈ ਔਰ ਕਰੋਨਾ ਕਰਕੇ ਤੁਹਾਨੂੰ ਪਤਾ ਇੱਕ ਸਹਿਮ ਦਾ ਮਾਹੌਲ ਸਾਰੇ ਪਾਸੇ ਹੀ ਬਣਿਆ ਹੋਇਆ ਸੀ। ਸੋ ਉਸ ਦੇ ਚੱਲਦਿਆਂ ਹੀ ਗਾਈਡਲਾਈਨਸ ਦੇ ਹਦਾਇਤਾਂ ਦੇ ਨਾਲ, ਕਿਉਂਕਿ ਜਿਹੜੀ ਆਸਥਾ ਹੈ ਉਹ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ। ਭਗਤ ਜਨਾਂ ਨੇ ਦਰਸ਼ਨ ਕਰਨ ਦੇ ਲਈ ਪਹੁੰਚਣਾ ਹੀ ਸੀ, ਚਾਹੇ ਕੋਵਿਡ ਦੇ ਵਿੱਚ ਮੰਦਿਰ ਬੰਦ ਵੀ ਰਿਹਾ। ਜੇਕਰ ਪਿਛਲੇ 6 ਮਹੀਨੇ ਦੀ ਗੱਲ ਕਰ ਲਈਏ, ਨਵਰਾਤਰੇ 2 ਵਾਰ ਆਉਂਦੇ ਆ ਤੇ ਉਦੋਂ ਮੰਦਿਰ ਬੰਦ ਰਿਹਾ, ਪਰ ਭਗਤ ਜਨ ਬਾਹਰੋਂ ਵੀ ਮੱਥਾ ਟੇਕਦੇ ਰਹੇ। ਸੋ ਤੁਸੀਂ ਦੇਖੋਗੇ ਕਿ ਗਾਈਡਲਾਈਨ ਨੂੰ ਫੋਲੋ ਕਰਦੇ ਹੋਏ ਜਿਸ ਤਰ੍ਹਾਂ ਮਾਸਕ ਲਗਾਉਣਾ ਲਾਜ਼ਮੀ ਕੀਤਾ ਹੋਇਆ, ਡਿਸਟੈਂਸ ਦੀ ਗੱਲ ਕੀਤੀ ਗਈ ਹੈ, ਸੈਨੀਟਾਈਜ਼ ਦੀ ਗੱਲ ਕੀਤੀ ਗਈ ਹੈ ਔਰ ਥਰਮੋ ਜਿਹੜਾ ਹੈ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਨੂੰ ਔਰ ਸਾਰੀਆਂ ਹਦਾਇਤਾਂ ਨੂੰ ਦੇਖਦੇ ਹੋਏ ਵੀ ਭਗਤ ਜਿਹੜੇ ਹੈ ਆ ਰਹੇ ਆ ਔਰ ਤੁਸੀਂ ਦੇਖ ਰਹੇ ਹੋ ਭੀੜ ਹੈ ਜਿਹੜੀ ਭਗਤਾਂ ਦੀ ਉਮੜ ਕੇ ਮਹਾਮਾਈ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੀ ਹੈ। ਸੋ ਇਸ ਵਕਤ ਅਸੀਂ ਤੁਹਾਨੂੰ ਪਟਿਆਲਾ ਦੇ ਮਹਾਮਾਈ ਕਾਲੀ ਮਾਤਾ ਦੇ ਮੰਦਿਰ ਦੇ ਬਿਲਕੁਲ ਬਾਹਰ ਉੱਥੇ ਦਰਸ਼ਨ ਕਰਵਾ ਰਹੇ ਹਾਂ ਔਰ ਦੇਖੋਗੇ ਕਿ ਸੰਗਤਾਂ ਦੇ ਵਿੱਚ ਉਸੇ ਤਰ੍ਹਾਂ ਭਾਰੀ ਦਰਸ਼ਨ ਕਰਨ ਲਈ ਪਹੁੰਚ ਰਹੀਆਂ, ਕਿਉਂਕਿ ਜਦੋਂ ਆਸਥਾ ਦੀ ਗੱਲ ਆ ਜਾਂਦੀ ਹੈ ਫਿਰ ਸਾਰੇ ਡਰ ਭੈ ਜਿਹੜੇ ਹੈ ਉਹ ਖਤਮ ਹੋ ਜਾਂਦੇ ਆ। ਜੀ ਬਿਲकुल अनुराग, बहुत बहुत शुक्रिया तमाम ये दृश्य साडे दर्शकों तक पहुँचाने के लिए। तो बिल्कुल पटियाला के काली माता मंदिर के बाहर साडे सहयोगी पत्रकार मौजूद सन ते मंदिर दे विच तुसीं देख सकते हो श्रद्धालु जिहड़े वो दर्शन करन दे लई उत्थे माता दे पहुँच रहे ने ते अज 6वें नराते दे मौके ते मां दे कात्यायनी रूप की जिहड़ी पूजा अर्चना की जाती है। सो 9 नराते दे विच अज 6वां नराता जिहड़ा चल रहा ते मां दे कात्यायनी रूप की पूजा करते हुए भगत जिहड़े मंदिर दे विच माता दे दर्शन दीदार दे लई आ रहे हैं। ਤੇ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਕੇਂਦਰੀ ਖੇਤੀਬਾੜੀ ਕਾਨੂੰਨ ਦੇ ਨਾਲ ਨਜਿੱਠਣ ਦੇ ਲਈ ਲਿਆਂਦੇ ਗਏ ਇਹਨਾਂ ਬਿੱਲਾਂ ਤੋਂ ਬਾਅਦ ਦੀ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਤੱਕ ਰੇਲਾਂ ਚੱਲਣ ਦੇਣ ਦਾ ਫੈਸਲਾ ਲੈ ਲਿਆ। ਦੱਸਿਏ ਚੰਡੀਗੜ੍ਹ ਦੇ ਵਿੱਚ ਬੈਠਕ ਦੇ ਮਗਰੋਂ ਕਿਸਾਨ ਲੀਡਰਾਂ ਨੇ ਕਿਹਾ ਕਿ 5 ਨਵੰਬਰ ਤੱਕ ਮਾਲ ਗੱਡੀਆਂ ਚੱਲ ਸਕਣਗੀਆਂ, ਪਰ ਭਾਜਪਾ ਲੀਡਰਾਂ ਦਾ ਘਿਰਾਓ ਅਤੇ ਟੋਲ ਪਲਾਜ਼ੇ ਦੇ ਨਾਲ ਮਾਲਸ ਅਤੇ ਰਿਲਾਇੰਸ ਦੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਪ੍ਰਦਰਸ਼ਨ ਜਾਰੀ ਰਹੇਗਾ। ਦੱਸਿਏ 4 ਨਵੰਬਰ ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਜਾਵੇਗਾ। ਸਤਨਾਮ ਸਿੰਘ ਜੀ, ਜਿਸ ਢੰਗ ਦੇ ਨਾਲ ਇਸ ਵੇਲੇ ਅੱਜ ਦੀ ਰੂਪਰੇਖਾ ਅਗਲੀ ਸੰਘਰਸ਼ ਦੀ ਬਦਲੀ ਹੈ, ਮਾਲ ਗੱਡੀਆਂ ਨੂੰ ਰਾਹ ਦਿੱਤਾ ਜਾਊਗਾ, ਹੋਰ ਕੀ ਕੁਝ ਹੋਊਗਾ? ਮਾਲ ਗੱਡੀਆਂ ਦਾ ਰਾਹ ਤਾਂ ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਮੁਤਾਬਕ ਦਿੱਤਾ ਹੈ। ਕਣਕ ਦੀ ਬਿਜਾਈ ਆਈ, ਡੀਏਪੀ ਦੀ ਘਾਟ ਆਵੇ, ਬਾਰਦਾਨਾ ਦੀ ਮੰਡੀਆਂ 'ਚ ਘੱਟ ਹੈ, ਬਿਜਲੀ ਦੀ ਘਾਟ ਆ ਸਕਦੀ, ਕਣਕ ਦੀ ਬਿਜਾਈ ਵਿੱਚ ਪਾਣੀ ਦੀ ਲੋੜ ਹੈ। ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਮੁਤਾਬਕ ਇਹ 15 ਦਿਨ ਦਿੱਤੇ ਨੇ। ਕੋਈ ਦਬਾਅ ਤਾਂ ਨਹੀਂ ਸੀ ਸਰਕਾਰ ਦਾ ਕਿ ਲੈ ਕਿਸਾਨ ਹੋ ਗਏ, ਕਿਸਾਨ ਅੰਦੋਲਨ ਨੂੰ ਕਾਹਦਾ ਦਬਾਅ ਹੈ? ਸਾਡਾ ਦਬਾਅ ਕੱਲ੍ਹ ਨਹੀਂ ਵੇਖਿਆ। ਸਾਰੀਆਂ ਰਾਜਸੀ ਪਾਰਟੀਆਂ ਜਿਹੜੇ ਇੱਕ ਦੂਜੇ ਨੂੰ ਤਲਵਾਰਾਂ ਲੈ ਕੇ ਵੱਢਣ ਨੂੰ ਫਿਰਦੀਆਂ ਸੀ, ਅੱਜ ਸਾਡੇ ਦਬਾਅ ਕੇ ਸਾਰੇ ਇਕੱਠੇ ਹੋ ਗਏ। ਕੱਲ ਵੇਖਿਆ ਸਾਰੇ ਦਸਤਖਤ ਤੇ ਪਹਿਲੀ ਵਾਰ ਹੋਇਆ ਹੈ ਵਿਧਾਨ ਸਭਾ 'ਚ ਕਿਸੇ ਮਤੇ ਤੇ ਸਾਰੀਆਂ ਰਾਜਸੀ ਪਾਰਟੀਆਂ ਵਿਰੋਧੀ ਧੜਾਂ ਨੇ ਦਸਤਖਤ ਕੀਤੇ ਨੇ। ਤੇ ਅਗਲੀ ਅਹਿਮ ਖਬਰ ਦੀ ਵੱਲ ਰੁਖ ਕਰਦੇ ਹਾਂ। ਟਾਂਡਾ ਉੜਮੁੜ ਦੇ ਪਿੰਡ ਜਲਾਲਪੁਰ ਵਿਖੇ ਇੱਕ ਬੇਹੱਦ ਦਰਦਨਾਕ ਘਟਨਾ ਦੇਖਣ ਨੂੰ ਮਿਲੀ ਹੈ, ਜਿੱਥੇ ਕਿ ਇੱਕ 5 ਸਾਲ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੋਰੀਆਂ ਨਾਲ ਢੱਕ ਦਿੱਤਾ ਗਿਆ। ਸੂਚਨਾ ਮਿਲਦੀ ਹੈ ਪੁਲਿਸ ਨੇ ਅਧਸੜੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਕਤਲ ਤੋਂ ਪਹਿਲਾਂ ਬੱਚੀ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਦਾ
ਜੋ ਪਤਾ ਲਗਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟਮਾਰਟਮ ਹੋਣਾ ਜੇ ਬਾਕੀ ਹੈ। ਇਹ ਬੱਚੀ ਬਲਾਕ ਟਾਂਡਾ ਉੜਮੁੜ ਦੇ ਅਧੀਨ ਪੈਂਦੇ ਪਿੰਡ ਜਲਾਲਪੁਰ ਦੇ ਪ੍ਰਵਾਸੀ ਪਰਿਵਾਰ ਨਾਲ ਸੰਬੰਧ ਰੱਖਦੀ। ਉੱਥੇ ਦੱਸ ਦਈਏ ਕਿ ਬੱਚੀ ਦਾ ਕਤਲ ਕਿਉਂ ਕੀਤਾ ਗਿਆ, ਇਸ ਸੰਬੰਧ ਵਿੱਚ ਜਾਂਚ ਪੁਲਿਸ ਵੱਲੋਂ ਜਾਰੀ ਹੈ। ਹਾਲਾਂਕਿ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। सवेरे मुंडा गया था घर पे इसका पोतरा, तो हम बोले जाओ अपना घर, हम चला गए काम पे। काम पर से आए फिर बच्चा सब ये गया मेरे को कहने लिए कि जला दिया, आके देखे थे यहाँ सही था बात। ਸਾਨੂੰ ਇੰਟੀਮੇਸ਼ਨ ਗਿਆ ਸੀ ਵੀ ਇੱਦਾਂ ਕਿ ਕਰਕੇ ਲੜਕੀ ਦੇ ਨਾਲ ਕੋਈ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਵਾ। ਅਸੀਂ ਮੌਕੇ ਤੇ ਆਏ ਹਾਂ। ਹੁਣ ਮੌਕੇ ਤੇ ਆ ਕੇ ਅਸੀਂ ਜਿਹੜੀ ਲੜਕੀ ਨੂੰ ਹੈਂਡਓਵਰ ਕਰ ਲਿਆ ਆਪਣੇ, ਉਹ ਵਾਕਈ ਸੜੀ ਹੋਈ ਆ। ਬਾਕੀ ਜਿਹੜਾ ਜਿੰਨੇ ਦੇ ਤੇ ਐਲੀਗੇਸ਼ਨ ਲੱਗ ਰਿਹਾ ਉਹ ਅਸੀਂ ਬੰਦੇ ਨੂੰ ਉਹਨੂੰ ਰਾਉਂਡ ਅਪ ਕਰ ਲਿਆ। ਕਿੰਨੇ ਬੰਦੇ ਦੱਸੇ ਜਾ ਰਹੇ? ਇੱਕ ਦੱਸਿਆ ਜੀ ਨੇ, ਇੱਕ। ਬਾਕੀ ਜਿਹੜੀ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਆ। ਤਾਂ ਬਿਲਕੁਲ ਇਹ ਬੇहद ਮੰਦਭਾਗਾ ਮਾਮਲਾ ਜਿਹੜਾ ਇੱਥੇ ਸਾਹਮਣੇ ਆਇਆ ਤੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਗਿਆ ਤੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਖੁਲਾਸੇ ਹੋ ਸਕਦੇ ਨੇ। ਟਾਂਡਾ ਉੜਮੁੜ ਦੇ ਵਿੱਚ 5 ਸਾਲ ਦੀ ਬੱਚੀ ਦਾ ਕਤਲ ਕੀਤੇ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਬੱਚੀ ਨੂੰ ਪਹਿਲਾਂ ਸਾੜਿਆ ਗਿਆ, ਉਸ ਤੋਂ ਬਾਅਦ ਲਾਸ਼ ਬੋਰੀਆਂ ਨਾਲ ਢੱਕ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਅਧਸੜੀ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਲਈ ਇਸ ਨੂੰ ਭੇਜ ਦਿੱਤਾ ਤਾਂ ਜੋ ਕਤਲ ਦੇ ਕਾਰਨ ਪਤਾ ਲੱਗ ਪਾਵੇ ਕਿ ਕਿਸ ਤਰ੍ਹਾਂ ਦੇ ਨਾਲ ਉਸ ਬੱਚੀ ਦਾ ਕਤਲ ਕੀਤਾ ਗਿਆ। ਪਰ ਲਗਾਤਾਰ ਇਹ ਮਾਮਲੇ ਜਿਹੜੇ ਪੰਜਾਬ ਦੇ ਵਿੱਚ ਵਧਦੇ ਹੋਏ ਨਜ਼ਰ ਆ ਰਹੇ ਨੇ, ਉਸ ਤੋਂ ਬਾਅਦ ਹੈਵਾਨੀਅਤ ਕਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ, ਤਾਂ ਇਸ ਪੂਰੇ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨਾ ਹੀ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਟਰੈਕਸ ਤੋਂ ਲੰਘਣ ਦੀ ਦਿੱਤੀ ਗਈ ਇਜਾਜ਼ਤ। ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ ਫੈਸਲਾ। ਭਾਜਪਾ ਆਗੂਆਂ ਦਾ ਘਿਰਾਓ ਅਤੇ ਧਰਨੇ ਪ੍ਰਦਰਸ਼ਨ ਰਹਿਣਗੇ ਜਾਰੀ। 4 ਨਵੰਬਰ ਨੂੰ ਮੁੜ ਮੀਟਿੰਗ ਕਰਕੇ ਘੜੀ ਜਾਵੇਗੀ ਅਗਲੀ ਰਣਨੀਤੀ। ਖਮਾਣੋ 'ਚ ਵਿਧਾਇਕ ਹਰਜੋਤ ਕਮਲ ਦੀ ਗੱਡੀ ਹਾਦਸੇ ਦਾ ਹੋਈ ਸ਼ਿਕਾਰ। ਗਲਤ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਦੇ ਨਾਲ ਟਕਰਾਈ ਕਾਰ। ਜ਼ਖਮੀ ਹਾਲਤ ਦੇ ਵਿੱਚ ਵਿਧਾਇਕ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਸਮੇਤ ਡਰਾਈਵਰ ਹਸਪਤਾਲ ਦੇ ਵਿੱਚ ਭਰਤੀ। ਟਾਂਡਾ ਉੜਮੁੜ ਦੇ ਵਿੱਚ 5 ਸਾਲ ਦੀ ਬੱਚੀ ਦਾ ਕਤਲ। ਲਾਸ਼ ਨੂੰ ਬੋਰੀਆਂ 'ਚ ਰੱਖ ਕੇ ਸਾੜਨ ਦੀ ਕੋਸ਼ਿਸ਼। ਪੁਲਿਸ ਨੇ ਅਧਸੜੀ ਲਾਸ਼ ਨੂੰ ਬਰਾਮਦ ਕਰਕੇ ਜਾਂਚ ਕੀਤੀ ਸ਼ੁਰੂ। ਇੱਕ ਮੁਲਜ਼ਮ ਕੀਤਾ ਗਿਆ ਕਾਬੂ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ। ਬਹੁਤ ਚਾਹੀਆਂ ਖਰਾਬ ਰਾਸ਼ਨ ਦੀਆਂ ਕਿੱਟਾਂ। ਰਾਸ਼ਨ ਕਿੱਟਾਂ 'ਚ ਆਈ ਖੰਡ, ਆਟੇ ਨੂੰ ਲੱਗੇ ਹੋਏ ਸਨ ਕੀੜੇ। ਸ਼੍ਰੋਮਣੀ ਅਕਾਲੀ ਦਲ ਆਗੂ ਨੇ ਘੁਟਾਲੇ ਦੇ ਲਗਾਏ ਇਲਜ਼ਾਮ। ਤੇ ਪਵਿੱਤਰ ਨਰਾਤਿਆਂ ਦਾ ਅੱਜ 6ਵਾਂ ਦਿਨ ਮਾਂ ਦੇ ਕਾਤਿਆਨੀ ਰੂਪ ਦੀ ਕੀਤੀ ਜਾ ਰਹੀ ਹੈ ਪੂਜਾ ਅਰਚਨਾ। ਮੰਦਿਰਾਂ ਦੇ ਵਿੱਚ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਸ਼ਰਧਾਲੂ। ਕੋਵਿਡ-19 ਦੇ ਨਿਯਮਾਂ ਦੀ ਵੀ ਕੀਤੀ ਜਾ ਰਹੀ ਹੈ ਪਾਲਣਾ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਤੇ ਇਜਾਜ਼ਤ। ਧੰਨਵਾਦ।